ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸੀ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਐਟ 9 ਲੈ ਕੇ ਮੈਂ ਅਰਸ਼ਦੀਪ ਕੌਰ ਹਾਜ਼ਰ ਹਾਂ। ਇਸ ਵੇਲੇ ਤੁਹਾਨੂੰ ਅਹਿਮ ਖਬਰ ਦੱਸੀਏ। ਕੱਲ ਤੋਂ ਪੰਜਾਬ ਦੇ ਸੀਐਮ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਲਈ ਨਿਕਲਣਗੇ ਤੇ 2 ਦਿਨਾਂ ਸੰਗਤ ਦਰਸ਼ਨ ਖਡੂਰ ਸਾਹਿਬ 'ਚ ਕੀਤਾ ਜਾ ਰਿਹਾ ਹੈ ਤੇ ਖਾਸ ਗੱਲ ਇਹ ਹੈ ਕਿ ਬੇਦਬੀ ਮਾਮਲੇ ਤੋਂ ਬਾਅਦ ਪੰਜਾਬ ਦੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਸੀਐਮ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਸੰਗਤ ਦਰਸ਼ਨ ਕਰਨ ਜਾ ਰਹੇ ਨੇ। ਇਹ ਸੰਗਤ ਦਰਸ਼ਨ ਖਡੂਰ ਸਾਹਿਬ 'ਚ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਿਹਾਜ਼ ਨਾਲ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। जगतार भुल्लर जी मीडिया पत्रकार साना फोन लाइन से जुड़ चुके हैं। जी जगतार, किस तरीके नाल वेखिया जावे संगत दर्शन नूं किस नूं संगत दर्शन ही समझा जावे या जिमनी चोण दी तैयारी? बिल्कुल कह सकते हैं कि जिमनी चोण की जिहड़ी तैयारी है वो श्रोमणी अकाली दल ने कर दी है और मुख्यमंत्री प्रकाश सिंह बादल का जे पंजाब तीसरा दौरा है। जब पंजाब च माहौल बिगड़े सी, सब तो पहला लुधियाने गए सी श्री करतार सिंह सराभा जी के प्रोग्राम से, उस तो बाद जी बठिंडे च रैली हुई है और तीसरा जो 2 रोजा संगत दर्शन रखा गया खडूर साहब की धरती से उत्थे जा रहे हैं और जो सीधा जो वास्ता है ये जी खडूर साहब की जी जिमनी चोण होगी उन्होंने लैके क्या जा सकता है क्योंकि उत्थे ਜਿਹੜੇ ਕਾਂਗਰਸੀ ਵਿਧਾਇਕ ਸੀ ਰਮਨਜੀਤ ਸਿੰਘ ਸਿੱਕੀ ਨੇ ਉਹਨਾਂ ਨੇ ਜਿਹੜੀ ਦਸਮ ਗੁਰਾਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਰੋਸ ਵਜੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਸੀਟ ਖਾਲੀ ਹੋ ਗਈ ਸੀ ਤੇ ਕਿਤੇ ਨਾ ਕਿਤੇ ਕਹਿ ਸਕਦੇ ਕਿ ਅਕਾਲੀ ਦਲ ਨੇ ਉਸ ਸੀਟ ਨੂੰ ਲੈ ਕੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈਗੀ। ਹਾਲਾਂਕਿ ਰਮਨਜੀਤ ਸਿੰਘ ਸਿੱਕੀ ਵੀ ਕਹਿ ਚੁੱਕੇ ਹੈਗੇ ਨੇ ਪਹਿਲਾਂ ਹੀ ਕਿ ਅਗਰ ਪਾਰਟੀ ਉਹਨਾਂ ਨੂੰ ਦੁਬਾਰਾ ਮੌਕਾ ਦਿੰਦੀ ਹੈਗੀ ਤੇ ਉਹ ਜਿਮਨੀ ਚੋਣ ਲੜਨ ਨੂੰ ਤਿਆਰ ਹੈਗੇ ਨੇ ਤੇ ਕਹਿ ਸਕਦੇ ਕਿ ਖਡੂਰ ਸਾਹਿਬ ਦੀ ਜਿਮਨੀ ਚੋਣ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ ਬਿਗਲ ਵਜਾ ਦਿੱਤਾ ਗਿਆ। जी धन्यवाद जगतार इस तमाम जानकारी दे लई। सो कल तो पंजाब दे सीएम प्रकाश सिंह बादल संगत दर्शन लई जाणगे खडूर साहिब दे विच। उन्हां दा 2 दिना संगत दर्शन होएगा ते इस संगत दर्शन नूं खडूर साहिब दे विच होण वाली जिमनी चोण दी तैयारी दे वजों भी वेखिया जा रिहा है। ਅੱਗੇ ਵਧਦੇ ਪੰਜਾਬ ਦੀਆਂ ਨਹਿਰਾਂ 'ਚ ਬੱਸਾਂ ਚਲਾਉਣ ਦਾ ਸੁਖਬੀਰ ਬਾਦਲ ਦਾ ਸੁਪਨਾ ਛੇਤੀ ਪੂਰਾ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸੈਰ ਸਪਾਟਾ ਮਹਿਕਮੇ ਨੇ ਵੀ ਸੰਜੀਦਗੀ ਵਿਖਾਈ ਹੈ। ਆਉਣ ਵਾਲੇ 6-7 ਮਹੀਨਿਆਂ 'ਚ ਅਜਿਹੀਆਂ ਬੱਸਾਂ ਚੱਲਦੀਆਂ ਨਜ਼ਰ ਆਉਣਗੀਆਂ ਜਿਸ ਦਾ ਖੁਲਾਸਾ ਸੈਰ ਸਪਾਟਾ ਮਹਿਕਮੇ ਵੱਲੋਂ ਕੀਤਾ ਗਿਆ। ਪਾਣੀ ਚੱਲਦੀ ਹੈ ਬੱਸ ਦੀ ਤਸਵੀਰ ਵਿਦੇਸ਼ ਦੀ ਹੈ ਪਰ ਜਲਦੀ ਹੀ ਪੰਜਾਬ 'ਚ ਵੀ ਇਹ ਤਸਵੀਰਾਂ ਆਮ ਹੋ ਜਾਣਗੀਆਂ। ਜੀ ਹਾਂ, ਪੰਜਾਬ ਦੇ ਸੈਰ ਸਪਾਟਾ ਮਹਿਕਮੇ ਨੇ ਯੋਜਨਾ ਤਿਆਰ ਕੀਤੀ ਹੈ ਜਿਸ ਨਾਲ ਹੁਣ ਸੂਬੇ ਦੀਆਂ ਨਹਿਰਾਂ 'ਚ ਬੱਸਾਂ ਚੱਲਦੀਆਂ ਦਿਖਣਗੀਆਂ। दरअसल इस प्रोजेक्ट का सुपना उप मुख्यमंत्री ने देखा तो जल्दी ही परवान चढ़ने वाला है। ये जो प्रोजेक्ट है एम्फीबियस बस का जो प्रोजेक्ट है ये कंसैप्चुलाइज तो जो सोचा है ये डिप्टी सीएम साहब ने बाहर गए सी यूरोप च उन्होंने ये देखा तो उन्होंने सोचा कि ईवन पंजाब के सिटीजनस वास्ते सर्विस जरूर होनी चाहिए है बिकॉज ये वन ऑफ अ काइंड हैगी है। सैर सपाटा महकमे के निदेशक के मुताबिक इस लिए जल्दी ही टेंडर किए जाएंगे तो शुरुआती तौर पर तरन तारण तो हरीके पत्तन तक ये बसां चलाईयां जाणगियां। इहदे करके उन्होंने फिर इत्थे आके इहदा टूरिज्म डिपार्टमेंट नूं कहा कि इहदा कुछ ना कुछ किया जाए। इहदा हुण असीं टेंडर कढ़िया है, इहदा DPR बना के टेंडर कढ़िया है। ये 48 सीट दी एम्फीबियन बस हैगी है। ये जमीन ते भी चलूगी, सड़कों ते ये पानी च भी चलूगी। उधर विरोधी धिर ने इसनूं लैके सवाल चुके ने ते इस प्रोजेक्ट च सरकारी महकमे नूं पहल देण दी मांग कीती है। सो कॉल्ड बना भी रहे ने तां मैं समझदा कि ये गवर्नमेंट बसेस होण जिहड़ियां ने पंजाब रोडवेज पेप्सू दियां ये उन्हां नूं स्कीमां जाणियां चाहीदियां। पानी चलण वालियां बसां दी शुरुआत दे नाल ही ये मुकाम हासिल करन वाला पंजाब देश दा पहला सूबा बन जावेगा। जगतार भुल्लर, जी मीडिया, चंडीगढ़। पंजाब ਦੇ 2017 ਦੀਆਂ ਚੋਣਾਂ ਅਜੇ ਦੂਰ ਨੇ ਪਰ ਹਰ ਸਿਆਸੀ ਪਾਰਟੀ ਨੇ ਆਪਣੇ ਪੱਧਰ ਤੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਲਜ਼ਾਮਬਾਜ਼ੀ ਦਾ ਦੌਰ ਤੇਜ਼ ਹੋ ਚੁੱਕਾ ਹੈ। ਬਠਿੰਡਾ 'ਚ ਇਸ ਸਦਭਾਵਨਾ ਰੈਲੀ ਦੌਰਾਨ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਨੂੰ ਅਜਿਹੀ ਰੈਲੀ ਕਰਨ ਦੀ ਚੁਣੌਤੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਬੂਲ ਕੀਤਾ ਜਿਸ ਤੋਂ ਬਾਅਦ ਹੁਣ ਵਾਰ ਪਲਟਵਾਰ ਦਾ ਦੌਰ ਸ਼ੁਰੂ ਹੋ ਗਿਆ। ਜੇ ਕੈਪਟਨ ਅਮਰਿੰਦਰ ਸਿੰਘ ਦੀ ਹਿੰਮਤ ਹੈ, ਜੇ ਕੈਪਟਨ ਅਮਰਿੰਦਰ ਸਿੰਘ ਦੀ ਹਿੰਮਤ ਹੈ ਇੱਥੇ ਆ ਜਾਏ ਮੈਦਾਨੇ 'ਚ, ਇੱਥੇ ਆ ਕੇ ਕੱਟ ਕਰਕੇ ਦਿਖਾਏ, ਫਿਰ ਪਤਾ ਲੱਗੂਗਾ ਕਿ ਪੰਜਾਬ ਦੀ ਜਨਤਾ ਕਿਹਦੇ ਨਾਲ ਹੈ, ਅਕਾਲੀ ਦਲ ਨਾਲ ਕਿ ਕਾਂਗਰਸ ਨਾਲ। ਬਠਿੰਡਾ ਦੀ ਸਦਭਾਵਨਾ ਰੈਲੀ 'ਚ ਸੁਖਬੀਰ ਬਾਦਲ ਦੇ ਇਸ ਹੁੰਕਾਰ ਦਾ ਜਵਾਬ ਉਹਨਾਂ ਨੂੰ ਜਲਦੀ ਮਿਲ ਗਿਆ। ਸੁਖਬੀਰ ਬਾਦਲ ਦੀ ਇਸ ਖੁੱਲੀ ਚੁਣੌਤੀ ਨੂੰ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸਵੀਕਾਰ ਕੀਤਾ ਤੇ ਇਸ ਤੋਂ ਵੱਡੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਕਾਂਗਰਸੀ ਆਗੂਆਂ ਨੇ ਮੁੜ ਦਾਅਵਾ ਕੀਤਾ ਕਿ ਇਹ ਰੈਲੀ ਸਭ ਤੋਂ ਵੱਡੀ ਰੈਲੀ ਹੋ ਨਿਬੜੇਗੀ। ਅਮਰਿੰਦਰ ਸਿੰਘ ਜੀ ਨੇ ਠੀਕ ਕੀਤਾ ਵਾ
ਉਹਨਾਂ ਨੇ ਕਿਹਾ ਕਿ ਅਸੀਂ ਕੱਟ ਕਰਕੇ ਦਿਖਾਵਾਂਗੇ, ਅਸੀਂ ਕੱਟ ਕਰਾਂਗੇ ਜੈਨੂਅਨ। ਅਸੀਂ ਨਾ ਤਾਂ ਹਿਮਾਚਲ ਹਰਿਆਣੇ 'ਚੋਂ ਬੰਦੇ ਲਿਆਵਾਂਗੇ, ਨਾ ਅਸੀਂ ਰਾਜਸਥਾਨ ਤੋਂ ਬੰਦੇ ਲਿਆਵਾਂਗੇ, ਨਾ ਅਸੀਂ ਪੇਡ ਬੰਦੇ ਲਿਆਵਾਂਗੇ, ਨਾ ਅਸੀਂ ਸ਼ਰਾਬ ਲਿਆ ਕੇ ਲਿਆਵਾਂਗੇ। ਅਸੀਂ ਇੱਕ ਲੋਕਾਂ ਦਾ, ਉਹਨਾਂ ਦੇ ਜਜ਼ਬਾਤਾਂ ਦਾ ਇੱਕ ਵੱਡਾ ਇਕੱਠ। ਕੈਪਟਨ ਵੱਲੋਂ ਚੁਣੌਤੀ ਸਵੀਕਾਰ ਕਰਨ ਤੇ ਅਕਾਲੀ ਦਲ ਨੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਗੱਲਾਂ ਨਾਲ ਕੁਝ ਨਹੀਂ ਬਣਨ ਵਾਲਾ। ਕਾਂਗਰਸ ਦਾ ਹਿੰਦੁਸਤਾਨ ਦੇ ਲੋਕਾਂ ਤੋਂ ਜਿਹੜਾ ਮੁੱਕਣਾ ਉਹ ਸਾਹਮਣੇ ਨਜ਼ਰ ਆਉਂਦਾ। ਇੱਕ ਐਡੀ ਵੱਡੀ ਪਾਰਟੀ, ਜਿਸ ਪਾਰਟੀ ਨੇ 60 ਸਾਲ ਰਾਜ ਕੀਤਾ ਹੋਵੇ ਹਿੰਦੁਸਤਾਨ ਤੇ ਪੰਜਾਬ ਤੇ 55 ਸਾਲ ਰਾਜ ਕੀਤਾ ਹੋਵੇ, ਤੇ ਮੁੜ ਕੇ ਉਹਦੇ ਕੋਲ ਆਪੋਜੀਸ਼ਨ 'ਚ ਬੈਠਣ ਦਾ ਦਰਜਾ ਬਣਾ ਹੋਵੇ, ਤੇ ਆਪੋਜੀਸ਼ਨ ਜੋਗੇ ਲੋਕ ਵੀ ਨਾ ਰੱਖੇ ਹੋਣ ਉਹਨੇ। ਖੈਰ, ਕਾਂਗਰਸ ਨੇ ਚੁਣੌਤੀ ਤਾਂ ਸਵੀਕਾਰ ਕੀਤੀ ਹੈ, ਪਰ ਅਕਾਲੀ ਦਲ ਦੇ ਇਕੱਠ ਨੂੰ ਟਿੱਚ ਦੱਸਣ ਲਈ ਕਾਂਗਰਸ ਕਿਸ ਹੱਦ ਤੱਕ ਕਾਮਯਾਬ ਹੁੰਦੀ ਹੈ, ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਅੱਜਕੱਲ ਖਾਲਿਸਤਾਨ ਦਾ ਮੁੱਦਾ ਵੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਗੂੰਜ ਰਿਹਾ ਹੈ। ਖਾਲਿਸਤਾਨ ਦੇ ਮੁੱਦੇ ਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਦੇ ਇੱਕ ਬਿਆਨ ਨੇ ਸਿਆਸਤ ਭਖਾ ਦਿੱਤੀ ਹੈ ਤੇ ਖਾਲਿਸਤਾਨ ਦੇ ਮੁੱਦੇ ਤੇ ਡਾਕਟਰ ਗਾਂਧੀ ਦੇ ਵਿਚਾਰਾਂ ਨੂੰ, ਉਹਨਾਂ ਦੀ ਸਲਾਹ ਨੂੰ ਅਕਾਲੀ ਦਲ ਤੇ ਕਾਂਗਰਸ ਨੇ ਸਿਰੇ ਤੋਂ ਖਾਰਜ ਕਰ ਦਿੱਤਾ है। जमहूरियत संत व्यक्ति होने के नाते मेरा ये मानना है कि जो वाइब्रेंट डेमोक्रेसी होती है, जो कॉन्फिडेंट डेमोक्रेसी होती है, वो डिसेंट में, चाहे वो डिसेंट कितनी भी अनकंफर्टेबल क्यों ना हो रूलर्स के लिए, हाकिमों के लिए, वो डिसेंट को अलाउ करती हैं, डिसेंट पे चर्चा करती हैं, बहस करती हैं, उसको दबाती नहीं है, उसको जस्ट उसको ये कह के ये कोई मुद्दा नहीं है ऐसे उसको दरकरार नहीं करती। ਪਟਿਆਲਾ ਤੋਂ ਐਮਪੀ ਧਰਮਵੀਰ ਗਾਂਧੀ ਦੇ ਇਸ ਬਿਆਨ ਨੇ ਸਿਆਸਤ ਭਖਾ ਦਿੱਤੀ ਹੈ ਤੇ ਖਾਲਿਸਤਾਨ ਦਾ ਮੁੱਦਾ ਇੱਕ ਵਾਰ ਮੁੜ ਤੋਂ ਪੰਜਾਬ ਦੀ ਸਿਆਸਤ ਨੂੰ ਭਖਾ ਰਿਹਾ ਹੈ। ਹਾਲਾਂਕਿ ਧਰਮਵੀਰ ਗਾਂਧੀ ਨੇ ਇਸ ਸਾਫ਼ ਸ਼ਬਦਾਂ 'ਚ ਕਿਹਾ ਸੀ ਕਿ ਉਹ ਖਾਲਿਸਤਾਨ ਦੀ ਹਮਾਇਤ 'ਚ ਨਹੀਂ ਨੇ, ਪਰ ਹਾਂ, ਮੁੱਦੇ ਤੇ ਬਹਿਸ ਜ਼ਰੂਰੀ ਹੈ। ਫਿਰ ਕੀ ਗਾਂਧੀ ਦੀ ਸੋਚ ਤੇ ਵਿਰੋਧੀ ਪਾਰਟੀਆਂ ਨੇ ਹੱਲਾ ਬੋਲ ਦਿੱਤਾ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਜਿਹੜੇ ਲੋਕ ਆਪਣੇ ਮੁਲਕ ਨੂੰ ਵੰਡਣ ਦੀ ਗੱਲ ਕਹਿਣ, ਜਿਹੜੇ ਲੋਕ ਆਪਣੀ ਜਿਹੜੀ ਹੋਂਦ ਆ ਉਹਨੂੰ ਬਖੇਰਨ ਦੀ ਗੱਲ ਕਰਨ, ਤੇ ਉਹ ਕਿੰਨੇ ਕੁ ਚੰਗੇ ਹੁੰਦੇ, ਤੇ ਉਹਨਾਂ ਦੇ ਬਹਿਸ ਕਰਨ ਦੀ ਕੀ ਲੋੜ ਆ। ਜੇ ਆਪਾਂ ਆਪਣੇ ਮੁਲਕ ਨੂੰ ਵੰਡਣਾ ਹੈ, ਜੇ ਆਪਾਂ ਆਪਣੇ ਬਾਈਫਰਕੇਟ ਕਰਨਾ ਮੁਲਕ ਨੂੰ ਜਾਂ ਸੂਬੇ ਨੂੰ ਜਾਂ ਕੰਟਰੀ ਨੂੰ, ਮੁਲਕ ਨੂੰ, ਤੇ ਉਹ ਗੱਲ ਤਾਂ ਬਹੁਤ ਮਾੜੀ ਹੈ। ਸਭ ਤੋਂ ਵੱਡੀ ਮਾੜੀ ਗੱਲ ਤਾਂ ਇਹ ਹੁੰਦੀ ਆ ਵੀ ਨੈਸ਼ਨਲ ਇੰਟੈਗਰਿਟੀ ਨੂੰ ਜਿਹੜੇ ਬੰਦੇ ਠੇਸ ਪਹੁੰਚਾਉਣ, ਉਹਨਾਂ ਦੇ ਉੱਤੇ ਤਾਂ ਕੋਈ ਗੱਲ ਕਰਨ ਦੀ ਲੋੜ ਨਹੀਂ, ਬਲਕਿ ਉਹਨਾਂ ਨੇ ਤਾਂ ਮੁਕੱਦਮੇ ਬਣਾ ਕੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਅੰਦਰ ਦੇਣਾ ਚਾਹੀਦਾ। ਔਰ ਦੇਖੋ ਜੀ, ਇਹ ਇਸ਼ੂ ਹੀ ਨਹੀਂ ਹੈਗਾ। ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸਿੱਖ ਐਜ਼ ਏ ਕਮਿਊਨਿਟੀ, ਐਜ਼ ਏ ਇੰਡੀਅਨ ਨੈਸ਼ਨਲ, ਦੇ ਕੈਨ ਕੰਟਰੀਬਿਊਟ ਅ ਲੋਟ ਇਨ ਡਿਵੈਲਪਮੈਂਟ ਆਫ ਆਰ ਨੇਸ਼ਨ, ਆਰ ਕਮਿਊਨਿਟੀ ਐਂਡ ਆਰ ਸਟੇਟ, ਐਂਡ ਵੀ ਫੁੱਲੀ ਡਿਨਾਊਂਸ ਦਿਸ ਕਨਸੈਪਟ। 2017 ਦਾ ਮਿਸ਼ਨ ਜਿਵੇਂ ਜਿਵੇਂ ਨੇੜੇ ਆ ਰਿਹਾ, ਤਿਵੇਂ ਪੰਜਾਬ ਦੀ ਸਿਆਸੀ ਫਿਜ਼ਾ 'ਚ ਕਈ ਮੁੱਦਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਖਾਲਿਸਤਾਨ ਦਾ ਮੁੱਦਾ ਬੇहद ਸੰਵੇਦਨਸ਼ੀਲ ਹੈ ਤੇ ਇਸ ਮੁੱਦੇ ਤੇ ਹੀ ਵਿਚਾਰਾਂ ਦੀ ਲੜਾਈ 'ਚ ਸਾਡੇ ਸਿਆਸਤਦਾਨ ਉਲਝਦੇ ਦਿਖ ਰਹੇ ਨੇ। ਸੋ ਲੋੜ ਹੈ ਇਸ ਮੁੱਦੇ ਨੂੰ ਸੰਜੀਦਗੀ ਨਾਲ ਲੈਣ ਦੀ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਅੱਗੇ ਵਧਦੇ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਵੱਲੋਂ ਉਹਨਾਂ ਦੀ ਪਤਨੀ ਪਰਨੀਤ ਕੌਰ ਅਤੇ ਰਨਿੰਦਰ ਸਿੰਘ ਦੇ ਸਵਿਸ ਅਫਸਰਾਂ ਵੱਲੋਂ ਬੈਂਕਾਂ ਦੀ ਡਿਟੇਲ ਮੰਗਣ ਦੇ ਵੇਲੇ ਤੇ ਸਵਾਲ ਚੁੱਕੇ ਨੇ। ਕੈਪਟਨ ਨੇ ਪ੍ਰੈਸ ਰਿਲੀਜ਼ ਦੌਰਾਨ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਦੇ ਪਰਿਵਾਰ ਵੱਲੋਂ ਇਨਕਮ ਟੈਕਸ ਮਹਿਕਮੇ ਦੀ ਹਰ ਕਾਰਵਾਈ ਦਾ ਜਵਾਬ ਦਿੱਤਾ ਗਿਆ, ਪਰ ਫਿਰ ਵੀ ਉਹਨਾਂ ਭਾਰਤ ਸਰਕਾਰ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ। ਕੈਪਟਨ ਮੁਤਾਬਕ ਉਹਨਾਂ ਨੇ ਪਹਿਲਾਂ ਹੀ ਸਾਫ਼ ਕੀਤਾ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਵਿਦੇਸ਼ੀ ਖਾਤਾ ਨਹੀਂ ਹੈ ਅਤੇ ਉਹਨਾਂ ਇਲਜ਼ਾਮ ਲਗਾਏ ਕਿ ਪੰਜਾਬ 'ਚ ਆਪਣੀ ਭਾਈਵਾਲਾ ਦੀ ਸ਼ਹਿ ਤੇ ਬੀਜੇਪੀ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਉਹਨਾਂ ਦੀ ਪਤਨੀ ਪਰਨੀਤ ਕੌਰ ਅਤੇ ਰਨਿੰਦਰ ਸਿੰਘ ਦੇ ਸਵਿਸ ਅਫਸਰਾਂ ਵੱਲੋਂ ਬੈਂਕਾਂ ਦੀ ਡਿਟੇਲ ਮੰਗਣ ਦੇ ਵੇਲੇ ਤੇ ਕਈ ਸਵਾਲ ਚੁੱਕੇ ਨੇ। ਉਹਨਾਂ ਇਲਜ਼ਾਮ ਲਗਾਏ ਕਿ ਪੰਜਾਬ 'ਚ ਆਪਣੀ ਭਾਈਵਾਲਾ ਦੀ ਸ਼ਹਿ ਤੇ ਬੀਜੇਪੀ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ। ਸਰਬੱਤ ਖਾਲਸਾ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਥਿਤ ਆਡੀਓ ਟੇਪ ਲੀਕ ਹੋਣ ਤੋਂ ਬਾਅਦ ਅਕਾਲੀ ਦਲ ਦੇ ਨਿਸ਼ਾਨੇ ਤੇ ਆਏ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਪਲਟਵਾਰ ਕੀਤਾ ਹੈ। ਉਹਨਾਂ ਅਕਾਲੀ ਦਲ ਨੂੰ ਆਪਣੇ ਆਗੂਆਂ ਤੇ ਨਜ਼ਰ ਰੱਖਣ ਲਈ ਕਿਹਾ ਹੈ। ਹਾਲਾਂਕਿ ਉਹਨਾਂ ਨੇ ਆਡੀਓ ਟੇਪ 'ਚ ਆਪਣੀ ਆਵਾਜ਼ ਹੋਣ ਜਾਂ ਨਾ ਹੋਣ ਬਾਰੇ ਕੁਝ ਨਹੀਂ ਕਿਹਾ। ਉਧਰ ਅਕਾਲੀ ਦਲ ਨੇ ਮੁੜ ਤੋਂ ਲਾਲੀ ਮਜੀਠੀਆ ਤੇ ਨਿਸ਼ਾਨਾ ਲਗਾਇਆ ਹੈ। ਉਹਦੇ 'ਚ ਲਾਲੀ ਮਜੀਠੀਆ ਨੇ ਇਹ ਕਿਹਾ, ਮੇਰਾ ਅੱਜ ਮਕਸਦ ਇਹ ਸੀ ਕਿ ਦੇ ਸ਼ੁੱਡ ਕਮ ਔਨ ਰਿਕਾਰਡ ਕਿ ਵੈਦਰ ਦੇ ਹੈਵ ਚੈੱਕਡ ਦ ਵੈਰਾਸਿਟੀ ਆਫ ਦ ਆਡੀਓ ਟੇਪ। ਨੰਬਰ 2, ਜੇ ਵੈਰਾਸਿਟੀ ਚੈੱਕ ਕੀਤੀ ਹੈ ਤਾਂ ਕੀ ਉਹਨਾਂ ਨੇ ਪ੍ਰੋਪਰਲੀ ਉਹ ਇਹ ਜਿਹੜੀ ਆਡੀਓ ਟੇਪ ਹੈ ਉਹ ਸੁਣੀ ਆ? ਜੇ ਸੁਣੀ ਆ ਤੇ ਉਹਦੇ 'ਚ ਐਂਟੀ ਨੈਸ਼ਨਲ ਕੀ ਹੈ? ਦੇ ਸ਼ੁੱਡ ਕਮ ਔਨ ਰਿਕਾਰਡ।
ਤੇ then definitely I'll go in for filing a defamation case with the Honorable Punjab and ਨਹੀਂ ਇਸ ਕਰਕੇ ਉਹ ਤਾਂ ਹੁਣ ਹਫਲਾਇਆ ਹੋਇਆ, ਹਾਫਲ ਗਿਆ। ਜਦੋਂ ਬੰਦਾ ਕੋਈ ਹਾਫਲ ਜੇ ਤਾਂ ਫਿਰ ਇਹੋ ਜਿਹੀ ਬਿਆਨ ਦਿੰਦਾ। ਹਾਲਾਂਕਿ ਇਹ ਤਾਂ ਸਰ ਗੱਲ ਤਾਂ ਪ੍ਰੂਵ ਹੋ ਗਈ ਹੈ, ਤੁਸੀਂ ਲੋਕਾਂ ਨੇ ਵੀ ਦੇਖਿਆ, ਆਮ ਟੈਲੀਵਿਜ਼ਨ ਨੇ ਚਲਾਇਆ, ਆਮ ਸੋਸ਼ਲ ਮੀਡੀਆ ਨੇ ਚਲਾਇਆ ਕਿ ਵੀ ਲਾਲੀ ਜੀ ਨੇ ਆਹ ਕੁਛ ਕਿਹਾ, ਲਾਲੀ ਜੀ ਨੇ ਮਤਿਆਂ ਦੀ ਗੱਲ ਕੀਤੀ, ਲਾਲੀ ਜੀ ਨੇ, ਸਾਰਾ ਕੁਝ ਤਾਂ ਪ੍ਰੂਵ ਹੋ ਗਿਆ। ਅੱਗੇ ਵਧਦੇ ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਦਿੱਲੀ 'ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਕੀਤੀ। ਉਮੀਦ ਜਤਾਈ ਜਾ ਰਹੀ ਸੀ ਕਿ ਇਸ ਮੁਲਾਕਾਤ ਦੌਰਾਨ ਜੀਐਸਟੀ ਸਮੇਤ ਕਈ ਹੋਰ ਮੁੱਦਿਆਂ ਤੇ ਚਰਚਾ ਹੋਈ। ਕੱਲ੍ਹ ਤੋਂ ਪਾਰਲੀਮੈਂਟ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਤੇ ਇਜਲਾਸ ਦੌਰਾਨ ਜੀਐਸਟੀ ਸਣੇ ਕਈ ਅਹਿਮ ਬਿੱਲ ਪਾਸ ਕਰਵਾਉਣ ਨੂੰ ਲੈ ਕੇ ਐਨਡੀਏ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਰਣਨੀਤੀ ਨੂੰ ਘੜਨ ਵਿੱਚ ਲੱਗੀ ਹੋਈ ਹੈ। ਅੱਜ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਨਾਲ ਮੁਲਾਕਾਤ ਕੀਤੀ। जीएसटी समेत कई होर मुद्दों ते चर्चा की संभावना जताई जा रही है। तो दस दें कल तो पार्लीमेंट का सर्द रुत इजलास भी शुरू हो रहा है। इजलास दौरान जीएसटी सने कई अहम बिल पास करवाउण नूं लैके एनडीए अपने साथी दे नाल मिल के रणनीति नूं घड़न दे विच लगी हुई है। अज दोपहरे मुलाकात हुई अरुण जेटली ते डिप्टी सीएम सुखबीर सिंह बादल की। संभावना जताई जा रही है कि जीएसटी दे मुद्दे ते विचार चर्चा की गई और होर किहड़े-किहड़े मुद्दे इस मुलाकात दौरान रहे वो भी तुहानूं दसदे हां। पंजाब के डिप्टी सीएम सुखबीर सिंह बादल ने अज दिल्ली च की केंद्रीय वित्त मंत्री अरुण जेटली नाल मुलाकात। ਅੱਗੇ ਵਧਦੇ ਹਾਂ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪੰਜਾਬ ਦੇ ਉਹਨਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਬੀਤੇ ਵੇਲੇ ਦੌਰਾਨ ਸ਼ਹੀਦ ਹੋਏ ਸਨ। ਕਪੂਰਥਲਾ ਪਹੁੰਚ ਕੇ ਡੀਜੀਪੀ ਨੇ ਦੀਨਾਨਗਰ ਦਹਿਸ਼ਤਗਰਦੀ ਹਮਲੇ 'ਚ ਸ਼ਹੀਦ ਹੋਏ ਐਸਪੀ ਬਲਜੀਤ ਸਿੰਘ ਅਤੇ ਫਗਵਾੜਾ 'ਚ ਬਦਮਾਸ਼ਾਂ ਨਾਲ ਝੜਪ ਦੌਰਾਨ ਸ਼ਹੀਦ ਹੋਏ ਏਐਸਆਈ ਗੁਰਦੇਵ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਏਐਸਆਈ ਗੁਰਦੇਵ ਸਿੰਘ ਦੇ ਪੁੱਤਰ ਨੂੰ ਸਬ ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਕੀਤਾ। ਡੀਜੀਪੀ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ। ਇਸ ਤੋਂ ਬਾਅਦ ਡੀਜੀਪੀ ਜਲੰਧਰ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਡਰੱਗਸ ਅਤੇ ਭ੍ਰਿਸ਼ਟਾਚਾਰ रोकया नहीं जा सकता पर असीं इसनूं रोकण दी कोशिश कर रहे हैं। मेरा फर्स्ट एफर्ट ये होगा कि भी मैं पुलिस स्टेशन को रीस्ट्रेंथन करूं, उनकी जो भी ज़रूरत है। एक उससे क्या होगा, एक तो वो दे विल बिकम इफेक्टिव रिस्पॉन्डर्स, दे विल डील विद द पब्लिक मोर फ्रेंडली। देखिए कोई भी ऑर्गेनाइजेशन हो, आप पंजाब पुलिस की नहीं, कोई भी ऑर्गेनाइजेशन हो, अगर वो बदलते वक्त के साथ अपने आप को रीस्ट्रक्चर ना करे, रीऑर्गेनाइज ना करे तो वो पीछे रह जाती है। तो उस हिसाब से पुलिस में भी हमारी रीस्ट्रक्चरिंग, रीऑर्गेनाइजेशन और रीथिंकिंग, दैट्स अ कॉन्टिन्यूस प्रोसेस। पंजाब ਅਤੇ हरियाणा हाईकोर्ट के हुक्मां के बावजूद सतलुज दरिया के कंढियां ते धड़ल्ले नाल माइनिंग जारी है। श्री आनंदपुर साहिब नेड़े रोजाना ही दिन दिहाड़े टिप्पर भर के पंजाब तो इलावा दूजे सूबियां नूं भेजे जा रहे हैं। प्रशासन भी मुस्तैद है पर बावजूद इसके वरतारा रुक नहीं रहा। सतलुज दरिया कंढे तो सामने आईयां तस्वीरां बयान कर रही ने कि नाजायज़ माइनिंग करने वाले किन्ने बेखौफ ने। हाईकोर्ट के हुक्मां दीयां धज्जियां उड़ाईयां जा रही ने। माइनिंग माफिया बेखौफ होकर दरिया के कंढे तो माइनिंग करके लखां करोड़ां दे वारे न्यारे कर रहा है। स्थानक लोग इस तो परेशान ने। उन्हां मुताबक महकमे जिम्मेवारी एक दूजे सिर पाउंदे रहिंदे ने। जिन्नी भी इत्थे माइनिंग हो रही, गैर कानूनी जगह माइनिंग हो रही, असी इस संबंध विच डीसी रोपड़ भी मिल के आ चुके, माइनिंग विभाग नूं भी लैटर कढ़ चुके, SSP नूं भी दे चुके वे। जे जंगलात वाले नूं कहिए ਉਹ ਕਹਿੰਦੇ ਮਾਈਨਿੰਗ ਡਿਪਾਰਟਮੈਂਟ ਨਾਲ ਗੱਲ ਕਰੋ, ਮਾਈਨਿੰਗ ਵਾਲੇ ਨੂੰ ਕਹਿੰਦੇ ਜੰਗਲਾਤ ਨਾਲ ਗੱਲ ਕਰੋ। ਇਹ ਸਾਨੂੰ ਸਮਝ ਨਹੀਂ ਆਉਂਦਾ ਤੇ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਹੀ ਮਾਈਨਿੰਗ ਹੋ ਰਹੀ। ਇੱਥੇ ਰਾਤ ਨੂੰ 10-20 ਬੰਦੇ ਹੁੰਦੇ ਆ, ਐਵੇਂ ਕੋਈ ਕੁੱਟ-ਕਟਾਪਾ ਹੋਵੇ। ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਪੂਰਾ ਪਿੰਡ ਦਾ ਸਾਥ ਦੇਣ। ਜੋ ਇਹ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਇਹਨੂੰ ਬੰਦ ਕੀਤਾ ਜਾਵੇ। ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਤੇ ਰਾਤ ਨੂੰ ਜਦੋਂ ਅਸੀਂ ਆਉਂਦੇ ਆ ਮਸ਼ੀਨਾਂ ਲੈ ਕੇ ਭੱਜ ਜਾਂਦੇ ਤੇ ਅਸੀਂ ਰਾਤ ਨੂੰ ਕਿੰਨੀ ਕੁ ਰਾਖੀ ਕਰੀਏ। ਪ੍ਰਸ਼ਾਸਨ ਨੂੰ ਜ਼ਿਆਦਾ ਇੱਥੇ ਕੋਈ ਆਪਣੇ ਬੰਦੇ ਲਾਉਣ, नहीं तो कोई होर इंतजाम कर। खैर लोग जो भी इल्जाम लगाउण पर प्रशासन ने भी इन्हां नाजायज़ सरगर्मियां ते पैनी नज़र बनाई हुई है। जब नाजायज़ माइनिंग की भिड़क प्रशासन नूं लगी तो संबंधित महकमे के अफसरां ने भी कार्रवाई करन च देर नहीं लाई। 2 टिप्पर और एक JCB मशीन नूं कब्जे च ले लिया गया। ਇਹਦੇ ਤੇ ਇੱਥੇ ਛਾਪਾ ਮਾਰਿਆ ਜਿੱਥੇ 2 ਟਿੱਪਰ ਤੇ ਇੱਕ ਮਸ਼ੀਨ ਜਿਨ੍ਹਾਂ ਦੇ ਜਿਹੜੇ ਡਰਾਈਵਰ ਸੀਗੇ
ਉਹ ਮੌਕੇ ਤੋਂ ਭੱਜ ਗਏ ਸੀਗੇ। ਮੈਂ ਉੱਥੇ ਜਾ ਕੇ ਮੌਕੇ ਤੋਂ ਗਿਆ, ਮੌਕੇ ਜਾ ਕੇ ਜਿਹੜਾ ਆਪਾਂ ਮੁਕੱਦਮਾ ਨੰਬਰ ਹੈ ਉਹਨਾਂ ਤੇ ਦਰਜ ਕਰਕੇ ਤੇ ਜਿਹੜੇ ਡਰਾਈਵਰਾਂ ਜਿਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੇ ਵੀ ਇਸ ਤਬਦੀਲ ਦੇ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦ ਇਸ ਮੁਤਲਕ ਨੰਗਲ ਦੇ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਪੂਰੀ ਸਖਤੀ ਵਰਤੀ ਜਾ ਰਹੀ ਹੈ। ਜੇਕਰ ਸਾਡੇ ਧਿਆਨ ਲਿਆਂਦਾ ਜਾਂਦਾ ਤਾਂ ਸੰਬੰਧਿਤ ਵਿਭਾਗ ਨੂੰ ਉੱਤੇ ਜਿਸ ਬੰਦੇ ਨੇ ਮਾਈਨਿੰਗ ਕੀਤੀ ਹੈ, ਗੈਰ ਕਾਨੂੰਨੀ ਮਾਈਨਿੰਗ ਕੀਤੀ ਹੈ, ਉੱਤੇ ਤੁਰੰਤ ਐਕਸ਼ਨ ਲੈਣ ਲਈ ਉਸ ਸੰਬੰਧਿਤ ਵਿਭਾਗ ਨੂੰ ਵੀ ਸਾਡੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਸਮੇਂ-ਸਮੇਂ ਸਿਰ। ਪ੍ਰਸ਼ਾਸਨ ਦੀ ਸਖਤ ਕਾਰਵਾਈ ਦੇ ਬਾਵਜੂਦ ਮਾਈਨਿੰਗ ਮਾਫੀਆ ਬੇਖੌਫ ਹੈ। ਮਾਈਨਿੰਗ ਮਾਫੀਆ ਨੂੰ ਰੋਕਣਾ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ ਹੈ। ਉਮੀਦ ਹੈ ਕਿ ਪ੍ਰਸ਼ਾਸਨ ਹੋਰ ਜ਼ਿਆਦਾ ਸਖਤੀ ਵਿਖਾਉਂਦੇ ਹੋਏ ਗੈਰ ਕਾਨੂੰਨੀ ਅਨਸਰਾਂ ਤੇ ਠੱਲ ਪਾਵੇਗਾ। ਵਿਮਲ ਕੁਮਾਰ, ਜ਼ੀ ਮੀਡੀਆ, ਸ਼੍ਰੀ ਅਨੰਦਪੁਰ ਸਾਹਿਬ। ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ। ਲੱਖ ਸਰਕਾਰੀ ਭਰੋਸਿਆਂ ਦੇ ਬਾਵਜੂਦ ਗੰਨਾ ਕਿਸਾਨਾਂ ਦੀ ਅਦਾਇਗੀ ਅਜੇ ਵੀ ਰੁਕੀ ਹੋਈ ਹੈ। ਹੁਸ਼ਿਆਰਪੁਰ ਤੋਂ ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਆਪਣੀ ਫਸਲ ਅੱਧ ਰੇਟ ਤੇ ਵੇਚਣ ਨੂੰ ਮਜਬੂਰ ਨੇ। ਹੁਸ਼ਿਆਰਪੁਰ ਦੇ ਗੁੜ ਬਣਾਉਣ ਵਾਲੇ ਵੇਲਣਿਆਂ ਤੇ ਗੰਨਾ ਕਿਸਾਨਾਂ ਦੀ ਆਮਦ ਲਗਾਤਾਰ ਵਧ ਰਹੀ ਹੈ ਤੇ ਇਸ ਦੀ ਵਜ੍ਹਾ ਹੈ ਸ਼ੂਗਰ ਮਿੱਲਾਂ ਦਾ ਗੰਨਾ ਨਾ ਖਰੀਦਣਾ ਅਤੇ ਪਿਛਲੇ ਸਾਲ ਦੇ ਬਕਾਏ ਦੀ ਅਦਾਇਗੀ ਨਾ ਕਰਨਾ। ਸੋ ਮਜਬੂਰੀ ਦੇ ਵਿੱਚ ਗੰਨਾ ਕਿਸਾਨ ਹੁਣ ਵੇਲਣਿਆਂ ਤੇ ਅੱਧੇ ਰੇਟ ਦੇ ਉੱਤੇ ਗੰਨਾ ਵੇਚ ਰਹੇ ਨੇ। ਕਿਸਾਨ ਮੰਨਦੇ ਨੇ ਕਿ ਘਾਟੇ ਵਾਲਾ ਸੌਦਾ ਹੈ ਪਰ ਘੱਟੋ ਘੱਟ ਪੈਸੇ ਤਾਂ ਨਗਦ ਮਿਲ ਰਹੇ ਨੇ। ਵੇਲਣਿਆਂ ਤੇ ਸੁੱਟਣਾ ਪੈ ਰਿਹਾ ਤੇ ਘੱਟ ਰੇਟ ਤੇ, ਪਰ ਘੱਟ ਰੇਟ ਜ਼ਰੂਰ ਹੈਗਾ ਪਰ ਪੈਸੇ ਨਗਦ ਹੈਗੇ। ਉਹ ਵੀ 180 ਦੇ ਹਿਸਾਬ ਨਾਲ, ਜਿਹੜਾ 395 ਰੁਪਏ ਦਾ ਰੇਟ ਹੈ ਗੰਨੇ ਦਾ ਉਹ 180 ਰੁਪਏ ਹਿਸਾਬ ਨਾਲ ਵੇਚਣੇ ਪੈ ਰਿਹਾ। ਕਿੰਨੀ ਮੈਨੂੰ ਪਰੇਸ਼ਾਨੀ ਦਿੱਕਤ ਆ ਰਹੀ ਹੈ। ਤੇ ਮਿੱਲਾਂ ਜਿਹੜੀਆਂ ਸਾਡਾ 15 ਨਵੰਬਰ ਨੂੰ ਟਾਈਮ ਕੀਤਾ ਸੀ ਇਹਨਾਂ ਫਿਕਸ ਸਕੈਨ ਕਮਿਸ਼ਨ ਨੇ, ਉਹਦੇ ਵਿੱਚ ਵੀ ਸਾਡੀਆਂ ਜਿਹੜੀਆਂ ਮਿੱਲਾਂ ਦੀ ਪੜਾਈ ਇਹਨਾਂ 20 ਤੇ ਲੈ ਗਏ। 20 ਤੋਂ ਬਾਅਦ ਫਿਰ 13 ਚੀਜ਼ ਉੱਥੇ ਗਏ ਆ, ਜਲੰਧਰ ਗਏ ਆ, ਫਿਰ ਚੰਡੀਗੜ੍ਹ ਗਏ ਆ ਕੈਨ ਕਮਿਸ਼ਨ ਕੋਲ। ਕੈਨ ਕਮਿਸ਼ਨ ਨੇ ਸਾਡੀ ਮੀਟਿੰਗ ਜਿਹੜੀ ਮਿੱਲਾਂ ਦੀ ਪੜਾਈ ਜਿਹੜੀ 25 ਨੂੰ ਕੀਤੀ ਸ਼ੁਰੂ, ਫਿਰ 25 ਨੂੰ ਮਿੱਲਾਂ ਚੱਲਣਗੀਆਂ। 25 ਤਰੀਕ ਤੱਕ ਵੀ ਮਿੱਲਾਂ ਨਹੀਂ ਚੱਲੀਆਂ। ਹੁਣ 30 ਦਾ ਨਾ ਕੀਤਾ ਇਹਨਾਂ ਅਨਾਉਂਸਮੈਂਟ 30 ਨੂੰ ਕਰਾਂਗੇ ਤੇ 30 ਦੇ ਵਿੱਚ ਵੀ ਕੋਈ ਮੈਦ ਨਹੀਂ ਵੀ ਮਿੱਲਾਂ ਚੱਲ ਪੈਣਗੀਆਂ। ਉਧਰ ਮੁਕੇਰੀਆਂ ਦੇ ਐਸਡੀਐਮ ਸਾਹਿਬ ਭਰੋਸਾ ਦੇ ਰਹੇ ਨੇ ਕਿ ਸ਼ੂਗਰ ਮਿੱਲਾਂ ਪੂਰੀ ਤਰ੍ਹਾਂ ਚਾਲੂ ਨੇ ਤੇ ਕਿਸਾਨਾਂ ਦੀ ਮੁਸ਼ਕਿਲ ਜਲਦ ਹੱਲ ਹੋਵੇਗੀ। ਮੈਂ ਇਸ ਵਿਸ਼ੇ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨਾਂ ਨੂੰ ਇਹ ਇਨਸ਼ੋਰ ਕਰਨਾ ਚਾਹੁੰਦਾ, ਉਹਨਾਂ ਨੂੰ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਕਿ ਮਿੱਲਾਂ 100% ਚੱਲ ਰਹੀਆਂ। ਇਸ ਟਾਈਮ ਸਥਿਤੀ ਬਿਲਕੁਲ ਕੰਫਰਟੇਬਲ ਹੈ। ਇਹਨਾਂ ਨੂੰ ਪਿਛਲਾ ਬਕਾਇਆ ਵੀ ਜਿਹੜਾ ਈਵਨ ਰਹਿ ਗਿਆ ਹੈਗਾ ਵਿਦਿਨ ਨੈਕਸਟ 2 ਵੀਕਸ ਉਹ ਵੀ ਸਾਰਾ ਮਿਲ ਜਾਣਾ ਹੈ। ਜੋ ਪੰਜਾਬ ਗਵਰਨਮੈਂਟ ਵੱਲੋਂ ਪੈਸੇ ਆ ਉਹ ਵੀ ਰਿਲੀਜ਼ ਹੋ ਜਾਣੇ ਆ। ਕਿਸਾਨ ਫਸਲ ਦਾ ਮੰਡੀਕਰਨ ਕਰਨ ਤੋਂ ਬਾਅਦ ਵੀ ਪਰੇਸ਼ਾਨ ਨੇ। ਸਮੇਂ ਦੇ ਉੱਤੇ ਅਦਾਇਗੀ ਨਾ ਹੋਣ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਨੇ ਪਰ ਸਰਕਾਰ ਅਤੇ ਸਰਕਾਰੀ ਅਫਸਰ ਸਿਰਫ ਭਰੋਸਾ ਦੇ ਰਹੇ ਨੇ। ਰਮਨ ਖੋਸਲਾ, ਜ਼ੀ ਮੀਡੀਆ, ਹੁਸ਼ਿਆਰਪੁਰ। ਅੱਗੇ ਵਧਿਆ ਕਿਸਾਨਾਂ ਨੂੰ ਜੈਵਿਕ ਖੇਤੀ ਨਾਲ ਜੋੜਨ ਦੇ ਲਈ ਮਾਨਸਾ 'ਚ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਹਿਰੀਲੀ ਦਵਾਈਆਂ ਦੇ ਛਿੜਕਾਅ ਕਾਰਨ ਹੋ ਰਹੇ ਮਾੜੂ ਪ੍ਰਭਾਵਾਂ ਬਾਰੇ ਇੱਕ ਡਾਕੂਮੈਂਟਰੀ ਵਿਖਾਈ ਗਈ। ਸਮੇਂ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜੈਵਿਕ ਖੇਤੀ ਮਾਹਿਰਾਂ ਨੇ ਦੱਸਿਆ ਕਿ ਜ਼ਹਿਰੀਲੀ ਦਵਾਈਆਂ ਨਾਲ ਮਨੁੱਖਤਾ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ। ਕਿਸਾਨਾਂ ਨੇ ਕੈਂਪ ਵਿੱਚ ਕਿਹਾ ਕਿ ਜੈਵਿਕ ਖੇਤੀ ਕਰਨੀ ਉਹਨਾਂ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਮਾਨਸਾ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਅਤੇ ਮਾਹਿਰਾਂ ਵੱਲੋਂ ਕਈ ਸੁਝਾਅ ਦਿੱਤੇ ਗਏ ਕਿਸਾਨਾਂ ਨੂੰ। ਜ਼ਹਿਰੀਲੀ ਦਵਾਈਆਂ ਦੇ ਛਿੜਕਾਅ ਕਾਰਨ ਜੋ ਮਾੜੂ ਨਤੀਜੇ ਹੁੰਦੇ ਨੇ ਉਸ ਬਾਰੇ ਵੀ ਜਾਗਰੂਕ ਕੀਤਾ ਗਿਆ ਇੱਕ ਡਾਕੂਮੈਂਟਰੀ ਦੇ ਜ਼ਰੀਏ। और भविष्य में इस तरीके की नाश्ता वास्ता भी करके आए होंगे, नींद आ सकती है। तो आप लोग मुझे फर्स्ट टाइम मैक्सिमम लोग में हम 40-50 साल पहले या जब हमारे ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਦਿਨ ਭਰ ਚੱਲੇ ਧਾਰਮਿਕ ਸਮਾਗਮਾਂ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ 'ਚ ਦੀਪਮਾਲਾ ਕੀਤੀ ਗਈ। ਆਤਿਸ਼ਬਾਜ਼ੀ ਹੋਈ। ਇਸ ਖਾਸ ਨਜ਼ਾਰੇ ਨੂੰ ਵੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਹਰਿਮੰਦਰ ਸਾਹਿਬ ਪਹੁੰਚੀ। ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਦਿਨ ਭਰ ਧਾਰਮਿਕ ਸਮਾਗਮ ਚੱਲੇ, ਉਸ ਤੋਂ ਬਾਅਦ ਇਹ ਦੀਪਮਾਲਾ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਰੰਗ ਬਿਰੰਗੇ ਲਾਈਟਾਂ ਨਾਲ ਸਜੇ ਹਰਿਮੰਦਰ ਸਾਹਿਬ ਦੀ ਸ਼ੋਭਾ ਵੇਖਦਿਆਂ ਹੀ ਬਣਦੀ ਹੈ। ਸੋ ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਸੀ ਪੰਜਾਬ ਹਰਿਆਣਾ ਹਿਮਾਚਲ।